संतां के कारज, आप खलोया संतां के कारज। हर कम करावण आया राम। वाहिगुरु जी का खालसा, श्री वाहिगुरु जी की फतेह। आपे मेल लए, जब ते सर्व तुम्हारी आए, तब ते दुख गए। समय मुताबिक हर एक इंसान मानसिक ਜਾਂ ਸਰੀਰਕ ਜਕੜ ਮਹਿਸੂਸ ਕਰਦਾ ਹੋਇਆ ਦੁੱਖ ਦੀ ਪੀੜਾ ਨਾਲ ਕੁਰਲਾਉਂਦਾ ਹੈ। ਸਾਡੇ ਵਿੱਚ ਸਬਰ, ਸਹਿਣਸ਼ੀਲਤਾ ਅਤੇ ਤਿਆਗ ਦੀ ਬਹੁਤ ਜ਼ਿਆਦਾ ਘਾਟ ਹੈ। ਇਹੋ ਜਿਹੇ ਦੁੱਖਾਂ ਤੋਂ ਛੁਟਕਾਰਾ ਪਾ ਕੇ ਧਰਮ ਦੀ ਪ੍ਰਾਪਤੀ ਹੁੰਦੀ ਹੈ, ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਇਹ ਛੁਟਕਾਰਾ ਮਹਾਂਪੁਰਖਾਂ ਦੀ ਸੰਗਤ ਕਰਨ ਨਾਲ, ਉਹਨਾਂ ਦੀ ਸ਼ਰਨ ਆਉਣ ਨਾਲ ਮਿਲਦਾ ਹੈ। ਹਰ ਚੀਜ਼ ਦਾ ਆਧਾਰ ਹੁੰਦਾ ਹੈ, ਪਵਨ ਹਿਰਦੇ ਦਾ ਆਧਾਰ ਨਹੀਂ ਬਣ ਸਕਦੀ। ਧੂਏ ਨੂੰ ਫੜ ਕੇ ਅੱਗ ਵਿੱਚੋਂ ਬਾਹਰ ਨਹੀਂ ਨਿਕਲਿਆ ਜਾ ਸਕਦਾ। ਸਮੁੰਦਰ ਵਿੱਚ ਡੁੱਬਦੇ ਨੂੰ ਝੱਗ ਸਹਾਰਾ ਨਹੀਂ ਦਿੰਦੀ। ਮਨੁੱਖ ਦਾ ਆਧਾਰ ਤੇ ਆਸਰਾ ਭਗਵਾਨ ਹੈ। ਉਸ ਦੀ ਓਟ ਨਾਲ ਜੀਵਨ ਸ਼ੈਲੀ ਚੱਲਦੀ ਹੈ। ਇਨਸਾਨੀ ਹਸਤੀ ਉਸ ਪਰਮੇਸ਼ਰ ਦੀ ਬੁਨਿਆਦ ਤੇ ਖੜੀ ਹੈ, ਪ੍ਰਭੂ ਦੀ ਓਟ ਤੇ ਖੜੀ ਹੈ ਅਤੇ ਪਰਮੇਸ਼ਰ ਨਾਲ ਜੋੜਦੇ ਹਨ ਮਹਾਂਪੁਰਖ। ਜਦੋਂ ਦੁਖੀਆ ਨਿਮਾਣਾ ਹੋ ਕੇ ਸ਼ਰਨ ਆਉਂਦਾ ਹੈ ਤਾਂ ਉਸ ਦਾ ਦੁੱਖ ਨਿਵਾਰ ਦਿੰਦੇ ਹਨ। ਇਹ ਮਹਾਂਪੁਰਖਾਂ ਦੀ ਵਡਿਆਈ ਹੈ। ਬਾਣੀ ਵਿੱਚ ਸਤਿਗੁਰਾਂ ਨੇ ਸੰਤਾਂ ਦੀ, ਮਹਾਂਪੁਰਖਾਂ ਦੀ ਵਡਿਆਈ ਕਰਦੇ ਹੋਏ ਫਰਮਾਇਆ ਹੈ, ਸੂਰਬੀਰ ਬਚਨ ਕੇ ਬਲੀ। ਜਿਸ ਦਾ ਭਾਵ ਮਹਾਂਪੁਰਖਾਂ ਦੇ ਬਚਨਾਂ ਵਿੱਚ ਇੰਨਾ ਬਲ, ਇੰਨੀ ਤਾਕਤ ਹੁੰਦੀ ਹੈ ਕਿ ਉਹ ਸੱਤ ਹੋ ਕੇ ਤੋਲ ਵਿੱਚ ਪੂਰੇ ਉਤਰਦੇ ਹਨ। ਇਹੀ ਮਹਾਂਪੁਰਖਾਂ ਦੀ ਅਸਲੀ ਸੂਰਬੀਰਤਾ ਹੈ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਜਿਨ੍ਹਾਂ ਦੇ ਬਚਨ ਸਦਕਾ ਪੰਜ ਤੱਤ ਨਾਸ ਹੋ ਜਾਂਦੇ ਹਨ। ਬਚਨ ਦੇ ਪ੍ਰਥਾਏ ਜੀਵ ਇਸ ਮਾਇਆ ਰੂਪੀ ਜਾਲ ਦੇ ਘੇਰੇ ਵਿੱਚੋਂ ਨਿਕਲ ਜਾਂਦਾ ਹੈ। ਮਹਾਂਪੁਰਖਾਂ ਵਿੱਚ ਇਹ ਸਮਰੱਥਾ ਹੈ। ਕੋਟ ਅਪਰਾਧ ਸਾਧ ਸੰਗ ਉਧਰੇ, ਜਮ ਤਾਕੇ ਨੇੜ ਨ ਆਵੇ। ਜਨਮ ਜਨਮ ਕਾ ਵਿਛੜਿਆ ਹੋਵੇ, ਤਿਨ ਹਰ ਸਿਉ ਆਣ ਮਿਲਾਵੇ। ਪਹਿਲੇ ਹਿੱਸੇ ਵਿੱਚ ਮਾਲਾ ਸਿੰਘ ਜੰਡਾਵਾਲਾ ਨਾਲ ਕੀਤੇ ਬਚਨ ਦੀ ਪਾਲਣਾ ਕਈ ਸਾਲ ਬੀਤਣ ਤੋਂ ਬਾਅਦ ਅੱਜ ਕੱਲ੍ਹ ਪੁੱਚੋ ਵਿਖੇ ਕਰ ਰਹੇ ਹਨ। ਬਚਨ ਹੋਇਆ ਸੀ, ਮਾਲਾ ਸਿੰਘ ਤੇਰੀ ਸੇਵਾ ਤੇਰੇ ਪੁੱਤਰਾਂ ਤੇ ਨੌਹਾਂ ਰਾਹੀਂ ਲੈਣੀ ਹੈ। ਪਲੇਗ ਦੀ ਬਿਮਾਰੀ ਜੋਬਨ ਤੇ ਸੀ। ਮਾਲਾ ਸਿੰਘ ਦੀ ਨੌਂ ਮਾਈ ਖੇਮ ਕੌਰ ਆਪਣੀ ਰਿਸ਼ਤੇਦਾਰੀ ਸ਼ਾਦੀ ਦੇ ਸਮਾਗਮ ਵਿੱਚ ਗਈ ਹੋਈ ਸੀ। ਇਸੇ ਸਮੇਂ ਅੰਦਰ ਬਿਮਾਰੀ ਤਾਕਤ ਵਿੱਚ ਹੋ ਗਈ। ਲੋਕ ਖੇਤਾਂ ਵਿੱਚ ਆ ਕੇ ਝੁੱਗੀਆਂ ਪਾ ਕੇ ਰਹਿਣ ਲੱਗ ਪਏ। ਕੋਈ ਕਿਸੇ ਦੀ ਖਬਰ ਤੱਕ ਨਾ ਲੈਣ ਜਾਵੇ। ਮਾਈ ਨੂੰ ਵਾਪਸ ਲੈ ਕੇ ਆਉਣ ਬਾਰੇ ਕਿਸੇ ਘਰ ਵਾਲਿਆਂ ਨੂੰ ਸਮਾਂ ਨਾ ਮਿਲਿਆ। ਵਿਆਹ ਵਾਲਾ ਸਥਾਨ ਭੁੱਚੋ ਦੇ ਨੇੜੇ ਸੀ। ਮਾਈ ਦੇ ਮਨ ਵਿੱਚ ਫੁਰਨਾ ਬਣਿਆ ਕਿ ਬਾਬਾ ਜੀ ਦੇ ਦਰਸ਼ਨ ਕਰ ਚੱਲੀਏ। ਅਗਲੇ ਹੀ ਸਵੇਰ ਉਹ ਬਾਬਾ ਜੀ ਦੇ ਡੇਰੇ ਵੱਲ ਤੁਰ ਪਈ। ਡੇਰੇ ਪਹੁੰਚ ਕੇ ਬਾਬਾ ਜੀ ਦੇ ਦਰਸ਼ਨ ਕੀਤੇ। ਅਗੰਮੀ ਖੁਸ਼ੀ ਪ੍ਰਾਪਤ ਹੋਈ। ਇੱਕ ਰਾਤ ਠਹਿਰ ਕੇ ਅਗਲੇ ਦਿਨ ਆਗਿਆ ਮੰਗੀ ਤਾਂ ਮਹਾਂਪੁਰਖਾਂ ਨੇ ਬਚਨ ਕੀਤਾ, ਅਜੇ ਤੁਹਾਨੂੰ ਆਗਿਆ ਨਹੀਂ ਮਿਲਦੀ। ਮਾਈ ਨੇ ਬੇਨਤੀ ਕੀਤੀ, ਮਹਾਰਾਜ ਮੈਂ ਵਿਆਹ ਜਾ ਕੇ ਆਈ ਹਾਂ, ਮੇਰੇ ਪਾਸ ਮਠਿਆਈ ਹੈ ਜੋ ਮੈਂ ਘਰ ਪਹੁੰਚਾਉਣੀ ਹੈ। ਮਠਿਆਈ ਸਾਨੂੰ ਫੜਾ ਦੇ, ਤੇਰੀ ਇਮਾਨਤ ਸਾਂਭ ਕੇ ਰੱਖਾਂਗੇ। ਸਾਹਿਬ ਦਾ ਬਚਨ ਸੀ। ਮਾਈ ਨੇ ਮਠਿਆਈ ਬਾਬਾ ਜੀ ਅੱਗੇ ਰੱਖ ਦਿੱਤੀ। ਹਜ਼ੂਰ ਨੇ ਸੇਵਕ ਨੂੰ ਹੁਕਮ ਦੇ ਕੇ ਮਠਿਆਈ ਅੰਦਰ ਖਵਾ ਦਿੱਤੀ। ਬਾਬਾ ਜੀ ਨੇ ਪੁੱਛਿਆ, ਮਾਈ ਕਈ ਸਾਲ ਪਹਿਲਾਂ ਇੱਕ ਸੰਨਿਆਸੀ ਮਹਾਤਮਾ
ਨੇ ਆਪਦੇ ਘਰ ਆਟਾ ਮੰਗਣ ਦੇ ਬਹਾਨੇ ਆ ਕੇ ਤੁਹਾਨੂੰ ਇੱਕ ਸ਼ਬਦ ਦਾ ਜਾਪ ਕਰਨ ਲਈ ਪ੍ਰੇਰਿਆ ਸੀ। ਕੀ ਉਹ ਸ਼ਬਦ ਦਾ ਜਾਪ ਕਰਦੀ ਹੈ? ਮਾਈ ਦਾ ਜਵਾਬ ਨਾ ਵਿੱਚ ਸੀ। ਮਹਾਰਾਜ, ਮੈਨੂੰ ਤਾਂ ਉਹ ਸ਼ਬਦ ਵੀ ਯਾਦ ਨਹੀਂ, ਆਪ ਹੀ ਯਾਦ ਕਰਵਾ ਦਿਓ। ਬਾਬਾ ਜੀ ਨੇ ਮੂਲ ਮੰਤਰ ਸੁਣਾ ਕੇ ਬਚਨ ਕੀਤਾ, ਇਹੀ ਹੈ ਉਹ ਸ਼ਬਦ। ਮਾਈ ਨੇ ਹਾਂ ਵਿੱਚ ਸਿਰ ਝੁਕਾ ਦਿੱਤਾ। ਬਚਨ ਹੋਇਆ, ਖੇਮੀਏ, ਅਸੀਂ ਤੇਰੇ ਸਹੁਰੇ ਮਾਲਾ ਸਿੰਘ ਨਾਲ ਬਚਨ ਕੀਤਾ ਸੀ। ਜਦੋਂ ਜੰਡਾਂ ਵਾਲੇ ਠਹਿਰੇ ਸੀ, ਤੇਰੇ ਸਹੁਰੇ ਨੇ ਸੇਵਾ ਮੰਗੀ ਸੀ। ਇਹ ਸੇਵਾ ਤੇਰੇ ਕੋਲੋਂ ਤੇ ਤੇਰੇ ਪਰਿਵਾਰ ਤੋਂ ਲੈਣੀ ਹੈ। ਹੁਣ ਤੂੰ ਇੱਥੇ ਆਈਆਂ ਸੰਗਤਾਂ ਦੀ ਸੇਵਾ ਕਰਦੀ ਰਹੋ। 1 ਮਹੀਨੇ ਤੱਕ ਬਿਮਾਰੀ ਦਾ ਜ਼ੋਰ ਘਟ ਜਾਣ 'ਤੇ ਤੈਨੂੰ ਤੋਰ ਦਿਆਂਗੇ। 1 ਮਹੀਨੇ ਬਾਅਦ ਬਾਬਾ ਜੀ ਨੇ ਉਹੀ ਮਠਿਆਈ ਦੇ ਕੇ ਮਾਈ ਨੂੰ ਆਗਿਆ ਦੇ ਦਿੱਤੀ। ਇਸ ਤਰ੍ਹਾਂ ਉਸ ਦੀ ਪਲੇਗ ਤੋਂ ਰੱਖਿਆ ਕੀਤੀ। ਮਾਈ ਦੀ ਬਾਬਾ ਜੀ ਦੇ ਚਰਨਾਂ ਨਾਲ ਅਟੁੱਟ ਪਿਆਰ, ਸ਼ਰਧਾ ਅਤੇ ਸੇਵਾ ਭਾਵਨਾ ਬੱਝ ਗਈ। ਮਾਈ ਖੀਮ ਕੌਰ, ਉਸ ਦੀ ਲੜਕੀ ਬੀਬੀ ਸ਼ਾਮ ਕੌਰ ਤੇ ਲੜਕਾ ਕਾਲਾ ਸਿੰਘ ਅੰਤਮ ਸਮੇਂ ਤੱਕ ਬਾਬਾ ਜੀ ਦੇ ਚਰਨਾਂ ਨਾਲ ਜੁੜੇ ਰਹੇ, ਹੁਣ ਵੀ ਜੁੜੇ ਹਨ। ਇਹ ਸਾਖੀ ਬੀਬੀ ਸ਼ਾਮ ਕੌਰ ਜੰਡਾਂ ਵਾਲੀ ਨੇ ਲਿਖਾਈ ਹੈ। ਤੁਮਰੀ ਸੰਗਤ ਹਰ ਕੋ ਨਾ ਉਧਰਿਓ, ਪ੍ਰਭ ਕੀਏ ਪਤਿਤ ਪਵੇਗੇ। ਪਰਮੇਸ਼ਰ ਦਾ ਨਾਮ ਜਪਣ ਵਾਲੇ ਉਸ ਨਾਲ ਇੰਨਾ ਅਭੇਦ ਹੋ ਜਾਂਦੇ ਹਨ ਕਿ ਜੋ ਪ੍ਰਾਣੀ ਉਹਨਾਂ ਦੀ ਸ਼ਰਨ ਆ ਜਾਏ, ਉਸ ਦੇ ਦੁੱਖ ਕਸ਼ਟ ਨਿਵਾਰਨ ਦੀ ਸਮਰੱਥਾ ਆਪ ਰੱਖਦੇ ਹਨ। ਪਰਮੇਸ਼ਰ ਉਹਨਾਂ ਦੇ ਕਾਰਨਾਮੇ ਤੇ ਕਿੰਤੂ ਨਹੀਂ ਕਰਦਾ ਤੇ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ। ਜਦ ਪ੍ਰੇਮ ਵਸ ਹੋ ਕੇ ਸਿੱਖ ਕੁਝ ਕਹਿੰਦਾ ਹੈ ਤਾਂ ਉਸ ਦੇ ਤੇ ਗੁਰੂ ਜਾਂ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਵਾਹਿਗੁਰੂ ਦੀ ਜਿਸ ਪ੍ਰਾਣੀ 'ਤੇ ਅਪਾਰ ਕਿਰਪਾ ਹੁੰਦੀ ਹੈ, ਉਸ ਦੇ ਔਗਣ ਕਿਸੇ ਮਹਾਂਪੁਰਖਾਂ ਦੀ ਪ੍ਰਕਿਰਤੀ ਦੁਆਰਾ ਗੁਣਾਂ ਵਿੱਚ ਬਦਲ ਦਿੰਦੇ ਹਨ। ਉਸ ਦੇ ਔਗਣ ਨਹੀਂ ਚਿਤਾਰਦੇ, ਸਗੋਂ ਨਾਮ ਸਿਮਰਨ ਅਤੇ ਬੰਦਗੀ ਦੀ ਮੰਜ਼ਿਲ 'ਤੇ ਤੋਰ ਦਿੰਦੇ ਹਨ। ਮਹਾਂਪੁਰਸ਼ਾਂ ਨੂੰ ਪ੍ਰਭੂ ਆਪ ਅਜੋਕੀ ਖਲਕਤ ਦੇ ਭਲੇ ਲਈ ਭੇਜਦੇ ਹਨ, ਤਾਂ ਕਿ ਇਨਸਾਨੀ ਜ਼ਿੰਦਗੀ ਦਾ ਸਫ਼ਰ ਖੁਸ਼ੀਆਂ ਭਰਿਆ ਤੇ ਆਨੰਦਮਈ ਬੀਤ ਸਕੇ। 5ਵੇਂ ਪਾਤਸ਼ਾਹ ਦੇ ਸਮੇਂ ਦਾ ਜ਼ਿਕਰ ਹੈ। ਭਾਈ ਬਿਧੀ ਚੰਦ ਜੀ ਚੋਰੀ ਕਰਿਆ ਕਰਦੇ ਸਨ। ਇੱਕ ਵਾਰ ਉਹਨਾਂ ਨੇ ਮੱਝਾਂ ਚਰਾ ਲਈਆਂ। ਕੁਝ ਸਮੇਂ ਬਾਅਦ ਮੱਝਾਂ ਦੇ ਮਾਲਕ ਦੀ ਅੱਖ ਖੁੱਲ੍ਹ ਗਈ। ਉਸ ਨੇ ਆਪਣੇ ਕਬੀਲੇ ਯਾਨੀ ਖਾਨਦਾਨ ਦੇ ਲੋਕ ਇਕੱਠੇ ਕਰ ਲਏ। ਸਾਰੇ ਮੱਝਾਂ ਦੀਆਂ ਪੈੜਾਂ ਪਿੱਛੇ ਹੋ ਤੁਰੇ। ਅੱਧੀ ਰਾਤ ਤੋਂ ਉੱਪਰ ਸਮਾਂ ਲੰਘ ਗਿਆ ਸੀ। ਮੱਝਾਂ ਦੀ ਭਾਲ ਕਰਨ ਵਾਲੇ ਤੇਜ਼ੀ ਨਾਲ ਤੁਰ ਰਹੇ ਸਨ। ਬਿਧੀ ਚੰਦ ਨੂੰ ਵੀ ਉਹਨਾਂ ਦੇ ਆਉਣ ਦੀ ਭਿਣਕ ਲੱਗ ਗਈ। ਉਸ ਨੇ ਆਪਣੇ ਆਪ ਨੂੰ ਛੁਪਾਉਣ ਦੀ ਜਗ੍ਹਾ ਦੀ ਤਲਾਸ਼ ਕਰਨੀ ਚਾਹੀ। ਥੋੜ੍ਹਾ ਅੱਗੇ ਇੱਕ ਢਾਬ ਆ ਗਈ। ਮੱਝਾਂ ਢਾਬ ਵਿੱਚ ਵੜ ਗਈਆਂ। ਬਿਧੀ ਚੰਦ ਨੇ ਮੱਝਾਂ ਦਾ ਖਿਆਲ ਛੱਡ ਕੇ ਆਪਣੇ ਛੁਪਣ ਲਈ ਸੋਚਿਆ। ਸਾਹਮਣੇ ਢਾਬ ਦੇ ਕਿਨਾਰੇ ਇੱਕ ਸਿੱਖ ਬੈਠਾ ਉਸ ਨੂੰ ਨਜ਼ਰ ਆਇਆ। ਨੇੜੇ ਪਹੁੰਚ ਕੇ ਦੇਖਿਆ, ਸਿੱਖ ਨੇ ਸਮਾਧੀ ਲਾਈ ਹੋਈ ਹੈ, ਨੇਤਰ ਬੰਦ ਹਨ, ਪਰਮੇਸ਼ਰ ਦੀ ਬੰਦਗੀ ਕਰ ਰਿਹਾ ਹੈ। ਬਿਧੀ ਚੰਦ ਨੇ ਮੱਥਾ ਟੇਕਿਆ। ਸੀਸ ਨਵਾਉਣ ਸਮੇਂ ਉਸ ਦਾ ਹੱਥ ਸਿੱਖ ਦੇ ਚਰਨਾਂ ਨੂੰ ਛੂਹ ਗਿਆ। ਸਿੱਖ ਦੀ ਬਿਰਤੀ ਸੁਚੇਤ ਹੋ ਗਈ ਕਿ ਇਹ ਅਗਿਆਤ ਵਿਅਕਤੀ ਕੌਣ ਹੈ। ਉਸਨੇ ਬਿਧੀ ਚੰਦ ਨੂੰ ਪੁੱਛਿਆ ਕਿ ਤੂੰ ਕੌਣ ਹੈ ਤੇ ਇਤਨਾ ਘਬਰਾਇਆ ਕਿਉਂ ਹੈ। ਮੈਂ ਚੋਰ ਹਾਂ। ਮੈਂ ਕੁਝ ਮੱਝਾਂ ਚੁਰਾਈਆਂ ਹਨ, ਪਰ ਉਹਨਾਂ ਦੇ ਮਾਲਕ ਮੇਰੇ ਪਿੱਛੇ ਪਿੱਛੇ ਆ ਰਹੇ ਹਨ। ਮੇਰੇ 'ਤੇ ਕਿਰਪਾ ਕਰੋ, ਮੈਨੂੰ ਛੁਪਣ ਲਈ ਜਗ੍ਹਾ ਦੱਸੋ, ਨਹੀਂ ਤਾਂ ਮੇਰਾ ਬੁਰਾ ਹਾਲ ਕਰ ਦੇਣਗੇ। ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਹੀ ਤੁਹਾਡੇ ਅੱਗੇ ਚੋਰੀ ਦਾ ਇਕਬਾਲ ਕੀਤਾ ਹੈ। ਸਿੱਖ ਨੇ ਕਿਹਾ, ਘਬਰਾ ਨਹੀਂ,
ਮੇਰੇ ਕੋਲ ਬੈਠ ਜਾ ਅਤੇ ਗੁਰੂ ਚਰਨਾਂ ਵਿੱਚ ਮਨ ਇਕਾਗਰ ਕਰਕੇ ਇਹ ਪ੍ਰਤਿਗਿਆ ਯਾਨੀ ਪ੍ਰਣ ਕਰ ਕਿ ਅੱਗੇ ਤੋਂ ਚੋਰੀ ਨਹੀਂ ਕਰਾਂਗਾ। ਅਣਜਾਣੇ ਵਿੱਚ ਕੀਤੀ ਹੋਈ ਭੁੱਲ ਨੂੰ ਗੁਰੂ ਚਰਨਾਂ ਵਿੱਚ ਨਿਮਾਣਾ ਤੇ ਨਿਤਾਣਾ ਹੋ ਕੇ ਮੰਨ ਲਿਆ ਜਾਵੇ ਤਾਂ ਆਪ ਬਖਸ਼ਿੰਦ ਹਨ। ਉਹ ਸਿਰਜਣਹਾਰ ਜ਼ਰੂਰ ਤੇਰੀ ਪੱਤ ਰੱਖਣਗੇ। ਪਿੰਡ ਦੇ ਲੋਕ ਵੀ ਆ ਪਹੁੰਚੇ। ਮੱਝਾਂ ਢਾਬ ਅੰਦਰ ਬੈਠੀਆਂ ਸਨ, ਪਰ ਚੋਰ ਨਜ਼ਰ ਨਹੀਂ ਆਉਂਦਾ ਵੇਖ ਕੇ ਸਿੱਖ ਵੱਲ ਜਾਣ ਲੱਗੇ, ਪਰ ਸਿੱਖ ਆਪ ਹੀ ਉਹਨਾਂ ਵੱਲ ਆ ਰਿਹਾ ਸੀ। ਇਹ ਸਿੱਖ ਭਾਈ ਅਦਲੀ, ਜੋ 5ਵੇਂ ਪਾਤਸ਼ਾਹ ਦਾ ਅਨੰਦ ਭਗਤ ਸੀ, ਸਾਹਮਣੇ ਆ ਕੇ ਲੋਕਾਂ ਨੇ ਪੁੱਛਿਆ, ਭਾਈ ਸਾਹਿਬ ਸਾਡੀਆਂ ਮੱਝਾਂ ਚੋਰੀ ਹੋ ਗਈਆਂ ਹਨ, ਜਿਨ੍ਹਾਂ ਦੀਆਂ ਪੈੜਾਂ ਖੋਜੀ ਇੱਥੋਂ ਤੱਕ ਲੈ ਆਇਆ ਹੈ, ਪਰ ਇਸ ਤੋਂ ਬਾਅਦ ਪਤਾ ਨਹੀਂ ਲੱਗ ਰਿਹਾ, ਚੋਰ ਦਾ ਵੀ ਪਤਾ ਨਹੀਂ ਲੱਗ ਰਿਹਾ। ਭਾਈ ਸਾਹਿਬ ਨੇ ਢਾਬ ਵੱਲ ਇਸ਼ਾਰਾ ਕਰਕੇ ਕਿਹਾ, ਉਹ ਦੇਖੋ ਮੱਝਾਂ ਤੁਹਾਡੀਆਂ ਹੀ ਹਨ। ਮਾਲਕ ਨੇ ਮੱਝਾਂ ਵੱਲ ਤੱਕ ਕੇ ਜਵਾਬ ਦਿੱਤਾ ਕਿ ਗਿਣਤੀ ਵਿੱਚ ਤਾਂ ਓਨੀਆਂ ਹੀ ਹਨ, ਪਰ ਰੰਗ ਨਹੀਂ ਮਿਲਦੇ, ਉਹ ਕਾਲੀਆਂ ਸਨ, ਇਹ ਭੂਰੀਆਂ ਹਨ। ਭਾਈ ਸਾਹਿਬ ਨੇ ਕਿਹਾ ਕਿ ਅਜੇ ਪੂਰਾ ਦਿਨ ਨਹੀਂ ਚੜ੍ਹਿਆ, ਹਨੇਰਾ ਹੋਣ ਕਰਕੇ ਰੰਗ ਦਾ ਫਰਕ ਲੱਗਦਾ ਹੈ, ਮੱਝਾਂ ਤੁਹਾਡੀਆਂ ਹੀ ਹੋਣਗੀਆਂ, ਇਹਨਾਂ ਨੂੰ ਲੈ ਜਾਓ। ਲੋਕ ਮੱਝਾਂ ਲੈ ਕੇ ਘਰ ਮੁੜ ਗਏ ਤਾਂ ਬਿਧੀ ਚੰਦ ਨੇ ਪੁੱਛਿਆ ਕਿ ਤੁਹਾਨੂੰ ਤਾਂ ਜਾਣਦੇ ਸਨ, ਜੇ ਮੈਨੂੰ ਫੜ ਲੈਂਦੇ ਤਾਂ ਕੀ ਹਜ਼ਰ ਹੋਣਾ ਸੀ। ਸਿੱਖ ਨੇ ਜਵਾਬ ਦਿੱਤਾ, ਤੈਨੂੰ ਨਾਮ ਦੇ ਓਲੇ ਕੀਤਾ ਸੀ। ਪਰਮੇਸ਼ਰ ਦਾ ਨਾਮ ਹੀ ਇਨਸਾਨ ਲਈ ਢੋਈ ਯਾਨੀ ਆਸਰਾ ਹੈ। ਬਿਧੀ ਚੰਦ ਨੇ ਉਸ ਦੇ ਪੈਰ ਫੜ ਲਏ ਤੇ ਬੇਨਤੀ ਕੀਤੀ, ਜਿਸ ਗੁਰੂ ਦਾ ਤੂੰ ਮੁਰੀਦ ਹੈ, ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਵਾ ਦਿਓ। ਮੇਰਾ ਵੀ ਚੰਚਲ ਮਨ ਅਵਤੁੱਤੀਆਂ ਨੂੰ ਛੱਡ ਕੇ ਗੁਰੂ ਚਰਨਾਂ ਦੀ ਕੋਮਲ ਛੋਹ ਪ੍ਰਾਪਤ ਕਰਕੇ ਆਪਣੀ ਜੀਵਨ ਯਾਤਰਾ ਉਜਲ ਬਣਾ ਸਕੇ। ਭਾਈ ਅਦਲੀ ਜੀ ਬਿਧੀ ਚੰਦ ਨੂੰ 5ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਰਹਿ ਆਏ। ਬਿਧੀ ਚੰਦ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਮਸਤਕ ਚਰਨ ਛੋਹ ਪ੍ਰਾਪਤ ਕਰਕੇ ਮਨ ਦੇ ਮੈਲ ਨੂੰ ਸਾਬਣ ਦੀ ਤਰ੍ਹਾਂ ਕੱਟ ਰਿਹਾ ਸੀ। ਮੱਥਾ ਚਰਨਾਂ ਤੋਂ ਚੁੱਕਿਆ ਤਾਂ ਸਤਿਗੁਰਾਂ ਨੇ ਪੁੱਛਿਆ ਕਿ ਤੇਰੀ ਕੀ ਇੱਛਾ ਹੈ ਪਿਆਰਿਆ। ਪਾਤਸ਼ਾਹ ਮੈਨੂੰ ਸਿੱਖ ਬਣਾ ਲਓ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਭਿਕਸ਼ਾ ਦਿਓ। ਅੱਖੀਆਂ ਦਾ ਨੀਰ ਕੀਤੇ ਕੁਕਰਮਾਂ ਦਾ ਪਛਤਾਵਾ ਕਰ ਰਿਹਾ ਸੀ। ਹਜ਼ੂਰ ਨੇ ਬਚਨ ਕੀਤਾ, ਸਿੱਖ ਦੀ ਪਦਵੀ ਪਾਉਣੀ ਹੈ ਤਾਂ ਚੋਰੀ ਛੱਡਣੀ ਪੈਣੀ ਹੈ। ਬਿਧੀ ਚੰਦ ਤਾਂ ਪਹਿਲਾਂ ਹੀ ਪਛਤਾਪ ਦੀ ਦਲਦਲ ਵਿੱਚ ਡੁੱਬ ਰਿਹਾ ਸੀ। ਪਾਤਸ਼ਾਹ ਮੇਰੇ ਗੁਨਾਹ ਤੇ ਪਰਦਾ ਪਾਓ, ਚਰਨਾਂ ਵਿੱਚ ਨਿਵਾਸ ਬਖਸ਼ੋ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਿਹਰ ਦੇ ਘਰ ਆਏ ਤੇ ਬਿਧੀ ਚੰਦ ਨੂੰ ਨਾਮ ਮੰਤਰ ਨਾਮ ਦੀ ਦਾਤ ਬਖਸ਼ੀ, ਚਰਨ ਪੌਲ ਦਿੱਤੀ ਅਤੇ ਆਪਣੀ ਸੰਗਤ ਵਿੱਚ ਸ਼ਾਮਲ ਕਰ ਲਿਆ। ਫਰਮਾਨ ਹੈ, ਪਿਛਲੇ ਗੁਨੋਂ ਸਤਿਗੁਰ ਬਖਸ਼ ਲੈ, ਸਤ ਸੰਗਤ ਨਾਲ ਰਲਾਵੇ। ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਪਲੇਗ ਦੀ ਬਿਮਾਰੀ ਦੇ ਦਿਨ ਸਨ। ਭਾਗੀ ਬਾਂਦਰ ਦੇ 6 ਭਰਾ ਬੱਗਾ ਸਿੰਘ, ਸ਼ੇਰ ਸਿੰਘ, ਮੇਰ ਸਿੰਘ, ਸਰਵਣ ਸਿੰਘ, ਨਿੱਕਾ ਸਿੰਘ, ਸੱਦਾ ਸਿੰਘ ਸਨ। ਬੱਗਾ ਸਿੰਘ ਪਲੇਗ ਦੀ ਬਿਮਾਰੀ ਨਾਲ ਪੀੜਤ ਸੀ। ਉਸ ਦੀ ਸੱਸ ਨੇ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਬੱਗਾ ਸਿੰਘ ਬਿਮਾਰ ਹੈ। ਹਜ਼ੂਰ ਨੇ ਹੁਕਮ ਦਿੱਤਾ, ਇਹ ਜਲ ਮੱਟੀ ਦਾ ਲੈ ਕੇ ਜਾਓ, ਉਸ ਨੂੰ ਦੇ ਦੇਣਾ, ਤੁਰ ਕੇ ਜਾਣਾ ਹੈ। ਮਾਈ ਘਬਰਾਈ ਹੋਈ ਸੀ। ਉਸਨੇ ਛੇਤੀ ਨਾਲ ਜਾਣ ਦੀ ਕੋਸ਼ਿਸ਼ ਵਿੱਚ ਟਾਂਗੇ ਦੀ ਸਵਾਰੀ ਕਰ ਲਈ। ਬਚਨ ਦੀ ਅਵੱਗਿਆ ਹੋ ਗਈ। ਜਲ ਸਾਰਾ ਡੁੱਲ ਗਿਆ।
ਤੇ ਬੱਗਾ ਸਿੰਘ ਦੀ ਮੌਤ ਹੋ ਗਈ। ਬਾਕੀ ਦੇ 5 ਭਰਾ ਵਾਰੀ-ਵਾਰੀ ਬਾਬਾ ਜੀ ਦੀ ਸੇਵਾ ਵਿੱਚ ਆਉਂਦੇ ਰਹਿੰਦੇ ਸਨ। ਸ਼ੇਰ ਸਿੰਘ ਲੜਾਈ ਝਗੜਿਆਂ ਦਾ ਸ਼ੌਕੀਨ ਸੀ। ਬਾਬਾ ਜੀ ਕੋਲ ਦਰਸ਼ਨ ਕਰਨ ਆਇਆ ਤਾਂ ਹਜ਼ੂਰ ਨੇ ਪੁੱਛ ਲਿਆ, ਸ਼ੇਰ ਸਿੰਘ ਕੀ ਕੰਮਕਾਰ ਕਰਦਾ ਹੁੰਦਾ ਹੈ? ਪਾਤਸ਼ਾਹ, ਲੜਾਈ ਝਗੜੇ ਹੀ ਕਰਦਾ ਹਾਂ, ਸ਼ੇਰ ਸਿੰਘ ਬੋਲਿਆ। ਚੰਗਾ, ਫਿਰ ਸਾਡੇ ਕੋਲ ਰਹੋ, ਅਸੀਂ ਤੇਰੇ ਤੋਂ ਸੇਵਾ ਲੈਣੀ ਹੈ, ਹਜ਼ੂਰ ਦਾ ਬਚਨ ਸੀ। ਸ਼ੇਰ ਸਿੰਘ ਨੇ ਬੇਨਤੀ ਕੀਤੀ, ਮਹਾਰਾਜ, ਮੈਨੂੰ ਸੇਵਾ ਤਾਂ ਕਰਨੀ ਨਹੀਂ ਆਉਣੀ, ਔਗਣਾਂ ਦਾ ਭਰਿਆ ਹਾਂ, ਜ਼ਿੰਦਗੀ ਝਗੜਿਆਂ ਵਿੱਚ ਕੱਢ ਰਿਹਾ ਹਾਂ। ਸ਼ੇਰ ਸਿੰਘ, ਪਰਮੇਸ਼ਰ ਭਲਾ ਕਰੇਗਾ, ਤੂੰ ਇੱਥੇ ਹੀ ਰਹਿ ਜਾ, ਬਾਬਾ ਜੀ ਦਾ ਬਚਨ ਸੀ। ਸ਼ੇਰ ਸਿੰਘ ਕਈ ਦਿਨ ਸੋਚਦਾ ਰਿਹਾ, ਮੈਥੋਂ ਵੇਲੇ ਤੋਂ ਮਹਾਰਾਜ ਕੀ ਸੇਵਾ ਲੈਂਦੇ ਹਨ, ਕੁਝ ਪਤਾ ਨਹੀਂ ਲੱਗ ਰਿਹਾ। ਫਿਰ ਇੱਕ ਦਿਨ ਬਾਬਾ ਜੀ ਨੇ ਬੁਲਾ ਕੇ ਕਿਹਾ, ਸ਼ੇਰ ਸਿੰਘ, ਡਾਂਗ ਯਾਨੀ ਛੋਟੀ ਕਿਹੜੀ ਚੰਗੀ ਹੁੰਦੀ ਹੈ ਤੇ ਉਹ ਕਿੱਥੋਂ ਮਿਲੇਗੀ? ਪਾਤਸ਼ਾਹ, ਜਿਹੜੀ ਵਿੱਚੋਂ ਖਾਲੀ ਨਾ ਹੋਵੇ ਉਹ ਚੰਗੀ ਹੈ ਤੇ ਬਠਿੰਡੇ ਜਾਂ ਰਾਮਪੁਰੇ ਤੋਂ ਮਿਲ ਜਾਵੇਗੀ। ਸ਼ੇਰ ਸਿੰਘ ਨੇ ਉੱਤਰ ਦਿੱਤਾ, ਆਹ 1 ਰੁਪਇਆ ਲੈ ਜਾਓ ਤੇ ਬਠਿੰਡੇ ਤੋਂ ਡਾਂਗ ਲੈ ਕੇ ਆਉਣੀ, ਜੇ ਚੰਗੀ ਨਾ ਮਿਲੇ ਤਾਂ ਮੁੜ ਆਉਣਾ, ਬਾਬਾ ਜੀ ਨੇ ਵਚਨ ਕੀਤਾ। ਸ਼ੇਰ ਸਿੰਘ ਤੇ ਇੱਕ ਹੋਰ ਸੇਵਕ ਬਠਿੰਡੇ ਡਾਂਗ ਲੈਣ ਭੇਜ ਦਿੱਤੇ। ਬਠਿੰਡੇ ਪਹੁੰਚ ਕੇ ਕਈ ਦੁਕਾਨਾਂ ਵਿੱਚ ਡਾਂਗਾਂ ਦੇਖੀਆਂ, ਪਰ ਕੋਈ ਪਸੰਦ ਨਾ ਆਈ। ਆਖਿਰ ਵਾਪਸ ਮੁੜ ਆਏ। ਮਹਾਰਾਜ, ਡਾਂਗ ਚੰਗੀ ਨਹੀਂ ਮਿਲੀ। ਤਰਕਾਲਾਂ ਪਈਆਂ ਤੋਂ ਆ ਕੇ ਸ਼ੇਰ ਸਿੰਘ ਨੇ ਬੇਨਤੀ ਕੀਤੀ। ਹਜ਼ੂਰ ਨੇ ਬਚਨ ਕੀਤਾ, ਸਵੇਰੇ ਰਾਮਪੁਰੇ ਜਾ ਕੇ ਲੈ ਆਓ। ਸੁਬਾਹ ਹੀ ਰਾਮਪੁਰੇ ਵੱਲ ਤੁਰ ਪਏ। ਸ਼ੇਰ ਸਿੰਘ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਮਹਾਂਪੁਰਖਾਂ ਨੇ ਡਾਂਗ ਕੀ ਕਰਨੀ ਹੈ। ਡਾਂਗ ਖਰੀਦਣ ਵਾਸਤੇ ਪਹਿਲਾਂ 2 ਆਦਮੀ ਬਠਿੰਡੇ ਭੇਜੇ, ਹੁਣ ਰਾਮਪੁਰੇ ਜਾ ਰਹੇ ਹਾਂ। ਸ਼ਾਮ ਨੂੰ ਚੰਗੀ ਡਾਂਗ ਲੈ ਕੇ ਮੁੜ ਆਏ। ਡਾਂਗ ਬਾਬਾ ਜੀ ਅੱਗੇ ਪੇਸ਼ ਕਰ ਦਿੱਤੀ। ਬਾਬਾ ਜੀ ਨੇ ਬਚਨ ਕੀਤਾ, ਸ਼ੇਰ ਸਿੰਘ, ਇਹ ਲੜਾਈ ਕਰਨ ਵੇਲੇ ਟੁੱਟੇ ਨਾ। ਮਹਾਰਾਜ, ਇਸ ਨੂੰ ਤੇਲ ਨਾਲ ਤਰ ਕਰ ਦਿੰਦੇ ਹਾਂ। ਸ਼ੇਰ ਸਿੰਘ ਬੋਲਿਆ, ਚੰਗਾ, ਸੁੱਧ ਹੈ। ਸ਼ੇਰ ਸਿੰਘ ਤੇਲ ਨਾਲ ਹਰ ਰੋਜ਼ ਡਾਂਗ ਦੀ ਮਾਲਿਸ਼ ਕਰੋ। ਇੱਕ ਦਿਨ ਸ਼ੇਰ ਸਿੰਘ ਨੂੰ ਬਚਨ ਕੀਤਾ, ਹੁਣ ਤੇਰੀ ਪ੍ਰੀਖਿਆ ਹੋਣੀ ਹੈ, ਆਪ ਵੀ ਘਿਓ ਖਾ ਲਿਆ ਕਰ। ਸ਼ੇਰ ਸਿੰਘ ਲਈ ਘਿਓ ਮੰਗਵਾ ਦਿੱਤਾ। ਸ਼ੇਰ ਸਿੰਘ ਘਿਓ ਖਾ ਕੇ ਕਸਰਤ ਕਰਦਾ ਰਿਹਾ। ਹੁਣ ਤਾਕਤ ਤੇ ਡਾਂਗ ਦੀ ਪਰਖ ਦਾ ਸਮਾਂ ਆ ਗਿਆ। 2 ਨਾਂਗੇ ਸਾਧੂ ਟਿੱਲੇ ਦੇ ਨੇੜੇ ਝਿੜੀ ਯਾਨੀ ਕਰੀਰਾਂ ਦੇ ਮੜਿਆਂ ਦੇ ਝੁੰਡ ਨੂੰ ਆਖਦੇ ਹਨ, ਵਿੱਚ ਆ ਕੇ ਬੈਠ ਗਏ। ਉਹਨਾਂ ਨੇ ਧੂਣੀ ਲਾ ਲਈ। ਬਾਬਾ ਜੀ ਅੱਗ ਨੂੰ ਮੱਥੇ ਨਹੀਂ ਲਾਉਂਦੇ ਸਨ। ਬਾਬਾ ਜੀ ਨੇ ਸ਼ੇਰ ਸਿੰਘ ਨੂੰ ਹੁਕਮ ਦਿੱਤਾ, ਜਾ ਉਹ ਦੇਖ ਆ, ਅੱਗ ਕਿਸ ਨੇ ਬਾਲੀ ਹੈ। ਸ਼ੇਰ ਸਿੰਘ ਮੁੜ ਆ ਕੇ ਕਹਿਣ ਲੱਗਾ, ਮਹਾਰਾਜ, 2 ਨਾਂਗੇ ਸਾਧੂ ਹਨ, ਉਹਨਾਂ ਨੂੰ ਕਹੋ ਇੱਥੇ ਅੱਗ ਨਾ ਬਾਲਣ, ਅਸੀਂ ਅੱਗ ਮੱਥੇ ਨਹੀਂ ਲਾਉਣੀ, ਸਾਡਾ ਇਹ ਪ੍ਰਣ ਹੈ। ਬਾਬਾ ਜੀ ਨੇ ਬਚਨ ਕੀਤਾ। ਸਾਧੂਆਂ ਕੋਲ ਜਾ ਕੇ ਸ਼ੇਰ ਸਿੰਘ ਨੇ ਸਾਰੀ ਮਰਿਆਦਾ ਸਮਝਾਈ ਤੇ ਬੇਨਤੀ ਕੀਤੀ ਕਿ ਅੱਗ ਨਾ ਬਾਲਣ, ਪਰ ਉਹਨਾਂ 'ਤੇ ਕੋਈ ਅਸਰ ਨਾ ਹੋਇਆ। ਉਸ ਦੀ ਵਾਰ-ਵਾਰ ਕੀਤੀ ਬੇਨਤੀ ਦਾ ਕੋਈ ਪ੍ਰਭਾਵ ਨਾ ਹੋਇਆ। ਸਾਧੂਆਂ ਨੇ ਸਖਤੀ ਦੇ ਅਲਫਾਜ਼ ਵਰਤੇ। ਸਾਰੀ ਵਿਥਿਆ ਸ਼ੇਰ ਸਿੰਘ ਨੇ ਬਾਬਾ ਜੀ ਨੂੰ ਆ ਸੁਣਾਈ। ਮਹਾਰਾਜ, ਉਹਨਾਂ ਕੋਲ ਚਮਟੇ ਹਨ, ਮਾਰਨ ਆਉਂਦੇ ਹਨ, ਪਾਣੀ ਦਾ ਘੜਾ ਸਿਰ 'ਤੇ ਚੁੱਕ ਲੈ ਤੇ ਉਹ ਡਾਂਗ ਜਿਹੜੀ ਅੱਜ ਦੇ ਦਿਨ ਵਾਸਤੇ ਹੀ ਲਿਆਂਦੀ ਸੀ ਮੋਢੇ ਰੱਖ ਲੈ। ਉਹਨਾਂ ਨੂੰ ਹੁਣ ਇੱਥੋਂ ਭਜਾਉਣਾ ਹੈ, ਪਾਣੀ ਅੱਗ 'ਤੇ ਪਾ ਦੇਣਾ। ਹਜ਼ੂਰ ਨੇ ਬਚਨ ਕੀਤਾ। ਆਗਿਆ ਦਾ ਪਾਲਣ ਕਰਦੇ ਸ਼ੇਰ ਸਿੰਘ ਨੇ ਫਿਰ ਉਹਨਾਂ ਨੂੰ ਬੇਨਤੀ ਕੀਤੀ ਕਿ ਅੱਗ ਬੁਝਾ ਦਿਓ,
ਪਰ ਇੱਕ ਸਾਧੂ ਨੇ ਗੁੱਸੇ ਨਾਲ ਚਿਮਟਾ ਸ਼ੇਰ ਸਿੰਘ ਵੱਲ ਚਲਾਇਆ। ਸ਼ੇਰ ਸਿੰਘ ਨੇ ਘੜਾ ਪਾਣੀ ਦਾ ਤਾਂ ਅੱਗ ਉੱਤੇ ਪਾ ਦਿੱਤਾ ਅਤੇ ਆਪ ਡਾਂਗ ਚੁੱਕ ਲਈ। ਸਾਧੂ ਚਿਮਟੇ ਚਲਾਉਣ ਤੇ ਸ਼ੇਰ ਸਿੰਘ ਡਾਂਗ ਚਲਾਏ। ਅਖੀਰ ਸਾਧੂ ਭੱਜ ਗਏ। ਸ਼ੇਰ ਸਿੰਘ ਅੱਗ ਬੁਝਾ ਕੇ ਬਾਬਾ ਜੀ ਪਾਸ ਆ ਗਿਆ। ਬਾਬਾ ਜੀ ਨੇ ਖੁਸ਼ ਹੋ ਕੇ ਸ਼ੇਰ ਸਿੰਘ ਦੀ ਪਿੱਠ ਥਪਥਪਾਈ ਤੇ ਵਚਨ ਕੀਤਾ, ਇਹੀ ਸੇਵਾ ਤੇਰੇ ਪਾਸੋਂ ਲੈਣੀ ਸੀ। ਸਵੇਰ ਹੋਣ ਤੇ ਸ਼ੇਰ ਸਿੰਘ ਨੇ ਸੇਵਾ ਪੁੱਛੀ ਤਾਂ ਬਾਬਾ ਜੀ ਨੇ ਵਚਨ ਕੀਤਾ, ਤੇਰੀ ਸੇਵਾ ਸੰਪੂਰਨ ਹੋ ਗਈ ਹੈ, ਹੁਣ ਤੈਨੂੰ ਆਗਿਆ ਹੈ, ਤੂੰ ਜਾ ਸਕਦਾ ਹੈ। ਸੋ ਇਸ ਤਰ੍ਹਾਂ ਮਹਾਂਪੁਰਖ ਆਦਮੀ ਤੋਂ ਉਹ ਜਿਹੀ ਸੇਵਾ ਲੈਂਦੇ ਹਨ ਜਿਸ ਕਿਰਤ ਕਲਾ ਦਾ ਗਿਆਨ ਰੱਖਦਾ ਹੋਵੇ, ਜਿਸ ਕੰਮ ਵਿੱਚ ਨਿਪੁੰਨ ਹੋਵੇ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।